ਸਾਰਿਆਂ ਜੈ ਮਸੀਹ ਦੀ। मैं पास्टर पॉल अभिषेक एक बार फिर तुहाडे सारिਆਂ ਦਾ प्रभु की पवित्र हजूरी ਦੇ ਵਿੱਚ स्वागत करता हाँ। धन्यवाद करता हाँ इस गल ਦੇ ਲਈ कि प्रभु ने एक बार फिर मेरे उत्ते अपना अनुग्रह किया कि मैं ਉਹਦੇ वचन का प्रचार करा और उम्मीद करता हाँ कि तुसीं सारे चंगे भले हो। आओ असीं परमेश्वर के वचन के वल वधांगे और प्रभु के वचन नूं बड़े ध्यान दे नाल सुणांगे। मरकुस की अंजील 2 अध्याय ਉਹਦੀ 3 ਐਤ ਨੂੰ ਅਸੀਂ पढ़ना। 3 ਐਤ ਤੋਂ लिखिया, एक अधरंगी ਨੂੰ 4 ਮਨੁੱਖਾਂ ਕੋਲੋਂ ਚੁਕਵਾ ਕੇ ਉਹਦੇ ਕੋਲ ਲਿਆਏ ਔਰ ਜਾਂ ਉਹ ਭੀੜ ਕਰਕੇ ਉਹਦੇ ਨੇੜੇ ਨਾ ਆ ਸਕੇ ਤਾਂ ਉਹਨਾਂ ਉਸ ਛੱਤ ਵਿੱਚ ਜਿੱਥੇ ਉਹ ਸੀ ਮੋਗ ਕੀਤਾ ਅਤੇ ਜਾਂ ਉਸ ਨੂੰ ਉਧੇੜਿਆ ਤਾਂ ਉਸ ਮੰਜੀ ਨੂੰ ਜਿਹਦੇ ਉੱਤੇ ਉਹ ਅਧਰੰਗੀ ਪਿਆ ਸੀ ਉਤਾਰ ਦਿੱਤਾ। ਅਤੇ ਯੀਸ਼ੂ ਨੇ ਉਹਨਾਂ ਦੀ ਨਿਹਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, हे ਮੇਰੇ ਪੁੱਤਰ, ਤੇਰੇ ਪਾਪ ਮਾਫ ਹੋਏ। पर कई ग्रंथी उत्ते बैठे अपने मनां विच विचार करन लगे, भाई ये क्यों इस तरह बोलदा है, ये कुफर वकदा है। एक परमेश्वर दे बिना होर कौन पाप माफ कर सकदा है। अते उमें यीशु ने अपने आत्मा नाल जान के जो वो अपने मन विच इउं विचार करदे हन उन्हां नूं कहा, ਤੁਸੀਂ ਕਾਹਨੂੰ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ? ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਭਾਈ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ। ਉਹਨੇ ਅਧਰੰਗੀ ਨੂੰ ਆਖਿਆ, ਮੈਂ ਤੈਨੂੰ ਆਖਦਾ ਹਾਂ, ਉੱਠ ਆਪਣੀ ਮੰਜੀ ਚੁੱਕ ਕੇ ਘਰ ਨੂੰ ਚਲਿਆ ਜਾ। ਤਾਂ ਉਹ ਉੱਠਿਆ ਔਰ ਝੱਟ ਮੰਜੀ ਚੁੱਕ ਕੇ ਉਹਨਾਂ ਸਭਨਾਂ ਦੇ ਸਾਹਮਣੇ ਨਿਕਲ ਗਿਆ। ਤਦ ਉਹ ਸਭੇ ਦੰਗ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕੀਤੀ ਕਿ ਅਸਾਂ ਇਸ ਤਰ੍ਹਾਂ ਦੀ ਗੱਲ ਕਦੇ ਨਾ ਵੇਖੀ। ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਕਲੀਸਿਆ ਪਰਮੇਸ਼ਰ ਜਿਹੜਾ ਆ ਉਹ ਇਸ ਗੱਲ ਨੂੰ ਸਾਬਿਤ ਕਰਦਾ ਹੈ। ਇੱਥੇ ਵਚਨ 'ਚ ਲਿਖਿਆ, ਇੱਕ ਅਧਰੰਗੀ ਨੂੰ 4 ਮਨੁੱਖ ਜਿਹੜੇ ਚੁੱਕ ਕੇ ਪ੍ਰਭੂ ਦੇ ਕੋਲ ਲੈ ਕੇ ਆਏ। ਪ੍ਰਭੂ ਪ੍ਰੀਚ ਕਰ ਰਹੇ ਨੇ, ਸਵਰਗ ਦੀਆਂ ਗੱਲਾਂ ਨੂੰ ਦੱਸ ਰਹੇ ਨੇ, ਮੁਕਤੀ ਦੇ ਬਾਰੇ ਦੱਸ ਰਹੇ ਨੇ, ਸੱਚਾਈ ਪਵਿੱਤਰਤਾਈ ਦੇ ਬਾਰੇ ਦੱਸ ਰਹੇ ਨੇ। ਔਰ ਜਦੋਂ ਵਚਨ 'ਚ ਲਿਖਿਆ ਉਹ 4 ਮਨੁੱਖ ਇੱਕ ਅਧਰੰਗੀ ਲੈ ਕੇ ਤੇ ਉਹਨਾਂ ਦੇ ਪ੍ਰਭੂ ਦੇ ਕੋਲ ਜਾਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਲੋਕ ਬਹੁਤ ਸੀਗੇ, ਜ਼ਿਆਦਾ ਭੀੜ ਹੋਣ ਕਰਕੇ। ਫਿਰ ਉਹਨਾਂ ਨੇ ਦੇਖਿਆ ਕਿ ਪ੍ਰਭੂ ਖੜੇ ਕਿੱਥੇ ਨੇ, ਔਰ ਪ੍ਰਭੂ ਇੱਕ ਘਰ ਦੀ ਛੱਤ ਦੇ ਹੇਠਾਂ ਦਰਵਾਜ਼ੇ 'ਚ ਖੜੇ ਹੋ ਕੇ ਪ੍ਰੀਚ ਕਰਦੇ ਔਰ ਬਾਕੀ ਸਭ ਲੋਕ ਬਾਹਰ ਖੜੇ ਹੋ ਕੇ ਸੁਣ ਰਹੇ ਸੀ। ਉਹਨਾਂ ਨੇ ਇੱਕ ਵਿਉਂਤ ਤੇ ਇੱਕ ਯੋਜਨਾ ਬਣਾਈ। ਉਹ ਛੱਤ ਤੇ ਚੜੇ, ਉਸ ਅਧਰੰਗੀ ਨੂੰ ਲੈ ਕੇ ਮੰਜੀ ਦੇ ਉੱਤੇ ਪਾਇਆ, ਛੱਤ ਨੂੰ ਢੇੜਿਆ ਔਰ ਉੱਤੋਂ ਦੀ ਰੱਸੇ ਪਾ ਕੇ ਥੱਲੇ ਨੂੰ ਮੰਜਾ ਲਮਕਾਇਆ। ਔਰ ਜਦੋਂ ਪ੍ਰਭੂ ਨੇ ਦੇਖਿਆ ਕਿ ਉਹਨਾਂ ਦੀ ਨਿਹਚਾ ਬਹੁਤ ਵੱਡੀ ਹੈ, ਪ੍ਰਭੂ ਨੇ ਉਸ ਅਧਰੰਗੀ ਨੂੰ ਕਿਹਾ, ਬੇਟਾ ਤੇਰੇ ਪਾਪ ਮਾਫ ਹੋਏ। ਔਰ ਵਚਨ 'ਚ ਲਿਖਿਆ ਜਦੋਂ ਇਹ ਗੱਲ ਕਹੀ ਤੇ ਉੱਥੇ ਬਹੁਤ ਸਾਰੇ ਸ਼ਾਸਤਰੀ ਸੀਗੇ ਜਿਹੜੇ ਬਾਈਬਲ ਦੇ ਵਚਨਾਂ ਨੂੰ ਜਾਣਦੇ ਸੀਗੇ ਜਾਂ ਬਾਈਬਲ ਦੇ ਵਚਨ ਦਾ ਪ੍ਰਚਾਰ ਕਰਦੇ ਜਾਂ ਬਾਈਬਲ ਦੇ ਵਚਨਾਂ ਦੀ ਦੇਖ ਰੇਖ ਕਰਦੇ ਸੀ, ਲਿਖਦੇ ਸੰਭਾਲਦੇ ਸੀਗੇ। ਉਹਨਾਂ ਨੇ ਆਖਿਆ, ਇਹ ਕੌਣ ਹੈ? ਕਿਉਂਕਿ ਪਰਮੇਸ਼ਰ ਤੋਂ ਬਿਨਾਂ ਕੋਈ ਕਿਸੇ ਦੇ ਪਾਪ ਮਾਫ ਨਹੀਂ ਕਰ ਸਕਦਾ। ਇਹ ਕੁਫਰ ਵਕਦਾ ਹੈ, ਇਹ ਝੂਠ ਬੋਲ ਰਿਹਾ ਹੈ। ਔਰ ਵਚਨ ਦੇ ਵਿੱਚ ਲਿਖਿਆ, ਉਸ ਸਮੇਂ ਪ੍ਰਭੂ ਨੇ ਆਤਮਾ ਦੇ ਦੁਆਰਾ ਉਹਨਾਂ ਦੇ ਮਨ ਦੀਆਂ ਗੱਲਾਂ ਨੂੰ, ਭਾਵਨਾਵਾਂ ਨੂੰ ਸਮਝ ਲਿਆ, ਜਾਣ ਲਿਆ। ਔਰ ਪ੍ਰਭੂ ਨੇ ਕਿਹਾ, ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਕਿ ਤੇਰੇ ਪਾਪ ਮਾਫ ਹੋਏ ਜਾਂ ਇਹ ਕਹਿਣਾ ਕਿ ਉੱਠ ਮੰਜੀ ਚੁੱਕ ਤੇ ਘਰ ਨੂੰ ਜਾ? ਪ੍ਰਭੂ ਯੀਸ਼ੂ ਮਸੀਹ ਨੇ ਉੱਥੇ ਦੱਸਿਆ, ਸਾਬਿਤ ਕੀਤਾ, ਕਹਿੰਦਾ ਇਹ ਤੇ ਕੋਈ ਵੀ ਕਹਿ ਸਕਦਾ ਤੇਰੇ ਪਾਪ ਮਾਫ ਹੋਏ, ਪਾਪ ਮਾਫ ਹੋਏ, ਪਰ ਮੈਂ ਕਹਿਣਾ ਹੀ ਨਹੀਂ, ਮੈਂ ਕਰਦਾ ਵੀ ਹਾਂ। ਮੈਂ ਕਰਦਾ ਵੀ ਹਾਂ ਕਿਉਂਕਿ ਮੇਰੇ ਕੋਲ ਅਥਾਰਟੀ ਹੈ, ਮੇਰੇ ਕੋਲ ਅਧਿਕਾਰ ਹੈ। ਇਸ ਲਈ ਯੀਸ਼ੂ ਮਸੀਹ ਨੇ ਸਾਬਿਤ ਕੀਤਾ, ਸਾਬਿਤ ਕਰ ਦਿੱਤਾ। ਕਹਿੰਦਾ ਬੇਟਾ ਆਪਣੀ ਮੰਜੀ ਚੁੱਕ ਤੇ ਘਰ ਨੂੰ ਜਾ। ਔਰ ਵਚਨ 'ਚ ਲਿਖਿਆ ਉਹ ਬੰਦਾ ਝੱਟ ਆਪਣੇ ਪੈਰਾਂ ਤੇ ਖੜਾ ਹੋਇਆ, ਚੱਲਣ ਲੱਗਾ, ਦੌੜਨ ਲੱਗਾ, ਕੁੱਦਣ ਲੱਗਾ ਤੇ ਉਹਨੇ ਆਪਣੀ ਮੰਜੀ ਚੁੱਕੀ ਤੇ ਤੁਰ ਪਿਆ। ਲੋਕ ਹੈਰਾਨ ਹੋ ਗਏ, ਪਰਮੇਸ਼ਰ ਦੀ ਵਡਿਆਈ ਕਰਨ ਲੱਗੇ, ਕਹਿੰਦੇ ਕਿਹੋ ਜਿਹੀ ਗੱਲ ਹੈ, ਇਹ ਕਿੱਦਾਂ ਹੋ ਸਕਦਾ ਹੈ? ਪ੍ਰਭੂ ਨੇ ਸਾਬਿਤ ਕੀਤਾ ਕਿ ਜੋ ਮੈਂ ਕਹਿੰਦਾ ਹਾਂ ਉਹ ਮੈਂ ਕਰਦਾ ਹਾਂ। ਔਰ ਯੀਸ਼ੂ ਮਸੀਹ ਨੇ ਸਾਬਿਤ ਕਰਕੇ ਦਿਖਾਇਆ ਉਸ ਅਧਰੰਗੀ ਨੂੰ ਚਲਾ ਕੇ, ਕਿਉਂਕਿ ਇਹ ਸੌਖਾ ਨਹੀਂ ਸੀ। ਜੇ ਪਰਮੇਸ਼ਰ ਤੋਂ ਬਿਨਾ ਕਿਸੇ ਦੇ ਕੋਈ ਪਾਪ ਮਾਫ ਨਹੀਂ ਕਰ ਸਕਦਾ ਤੇ ਪਰਮੇਸ਼ਰ ਤੋਂ ਬਿਨਾ ਉਸ ਅਧਰੰਗੀ ਨੂੰ ਕੋਈ ਚਲਾ ਵੀ ਨਹੀਂ ਸੀ ਸਕਦਾ। ਉਸ ਅਧਰੰਗੀ ਨੂੰ ਕੋਈ ਚੰਗਾ ਨਹੀਂ ਸੀ ਕਰ ਸਕਦਾ, ਉਹਨੂੰ ਤੰਦਰੁਸਤ ਨਹੀਂ ਸੀ ਕਰ ਸਕਦਾ। ਇੱਕ ਪਰਮੇਸ਼ਰ ਹੀ ਹੈ ਜਿਹੜਾ ਉਸ ਅਧਰੰਗੀ ਨੂੰ ਚਲਾ ਸਕਦਾ ਸੀ ਤੇ ਉਹਨੂੰ ਚੰਗਾਈ ਤੇ ਤੰਦਰੁਸਤੀ ਦੇ ਸਕਦਾ ਸੀ। ਯੀਸ਼ੂ ਮਸੀਹ ਨੇ ਸਾਬਿਤ ਕੀਤਾ ਕਿਉਂਕਿ ਯੀਸ਼ੂ ਮਸੀਹ ਦੇ ਆਉਣ ਦਾ ਮਕਸਦ ਹੀ ਇਹ ਸੀਗਾ। ਇਸ ਲਈ ਯੀਸ਼ੂ ਮਸੀਹ ਨੇ ਕਿਹਾ, ਮੈਂ ਗੁਆਚਿਆਂ ਹੋਇਆਂ ਨੂੰ ਲੱਭਣ ਲਈ ਆਇਆ, ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬਚਾਉਣ ਤੇ ਛਡਾਉਣ ਲਈ ਇਸ ਦੁਨੀਆ ਦੇ ਉੱਤੇ ਆਇਆ। ਔਰ ਯੀਸ਼ੂ ਮਸੀਹ ਦਾ ਇੱਕ ਹੀ ਮਕਸਦ, ਇੱਕ ਹੀ ਪਲੈਨਿੰਗ ਸੀਗਾ ਉਹਦੇ ਜੀਵਨ ਦੇ ਵਿੱਚ ਕਿ ਉਹ ਮਨੁੱਖ ਜਾਤੀ ਨੂੰ ਉਹਨਾਂ ਦੇ ਪਾਪਾਂ ਤੋਂ ਰਿਹਾਈ ਦੇ ਕੇ
स्वर्ग दे विच लैके जावे, क्योंकि यीशु पाप माफ़ करने लई बलिदान होया। यीशु साडे लई इसलिए स्वर्ग छड्ड के आया कि साडे पापां दी सानू माफ़ी मिले ते असीं प्रभु दे कोलों सदीपक जीवन भाव स्वर्ग नूं प्राप्त करिए। अजीज़ और प्यारे लोगों, बहुतिਆਂ ਦੇ मन ਦੇ ਵਿੱਚ ਇਹ ਭੁਲੇਖਾ ਤੇ ਵਹਿਮ ਸੀਗਾ कि कौन है ਜਿਹੜਾ कुफर वक ਰਿਹਾ, क्योंकि परमेश्वर तो बिना कोई किसी ਦੇ पाप माफ़ नहीं कर सकता। यीशु मसीह ने कहा मेरे कोल अथॉरिटी हैगी है पाप माफ़ करने की, क्योंकि मैं ते पिता एक हाँ, जिन्हें मैनू वेख्या उन्हें मेरे पिता नूं वेख लिया। मैं पिता दे कोल आया हाँ और पिता दे कोल वापस जावांगा। मैं वचन च लिखिया वो आदि विच शब्द सी, शब्द परमेश्वर संग सी ते शब्द ही परमेश्वर सी। कहंदा मैं शुरू तो सी, मैं परमेश्वर दे नाल सी और मैं ही परमेश्वर दे विच सीगा। यीशु मसीह ਜਿਹੜੇ ਆ ਉਹ ਇਹ ਸਾਬਿਤ ਕਰਦੇ ਸੀਗੇ ਕਿ ਮੇਰੇ ਕੋਲ ਪਾਪ ਮਾਫ ਕਰਨ ਦੇ ਅਧਿਕਾਰ ਹੈਗੇ ਆ। ਅੱਜ ਯੀਸ਼ੂ ਮਸੀਹ ਨੇ ਪਾਪ ਮਾਫ ਕਰਨ ਦੇ ਲਈ ਸਾਡੇ ਲਈ ਬਲੀਦਾਨ ਦਿੱਤਾ ਆ, ਸਾਡੇ ਲਈ ਜਾਨ ਦਿੱਤੀ ਆ, ਤੇ ਲੋਕ ਕਹਿੰਦੇ ਆ ਨਹੀਂ ਨਹੀਂ ਇਹਦੇ ਕੋਲ ਕੀ ਅਧਿਕਾਰ ਹੈ। ਯੀਸ਼ੂ ਨੇ ਕਿਹਾ ਮੇਰੇ ਕੋਲ ਅਧਿਕਾਰ ਹੈਗਾ, ਔਰ ਉਸ ਅਧਿਕਾਰ ਦੇ ਨਾਲ ਯੀਸ਼ੂ ਨੇ ਸਾਬਤ ਵੀ ਕੀਤਾ। ਕਹਿੰਦਾ ਜੋ ਮੈਂ ਕਹਿੰਦਾ ਉਹ ਮੈਂ ਕਰਦਾ ਵੀ। ਜੇ ਮੈਂ ਕਿਹਾ ਨਾ ਅਧਰੰਗੀ ਚੱਲੂੰਗਾ ਚੰਗਾ ਹੋਊਗਾ ਤੇ ਉਹ ਹੋਇਆ ਵੀ, ਉਹ ਚੁਰਿਆ ਵੀ। ਇਸੇ ਤਰ੍ਹਾਂ ਕਹਿੰਦਾ ਜੇ ਮੈਂ ਕਹਿਤਾ ਤੇਰੇ ਪਾਪ ਮਾਫ ਹੋਏ ਤੇ ਤੇਰੇ ਪਾਪ ਮਾਫ ਹੋਏ। अजीज़ और प्यारे लोगों, यीशु नाम वो नाम आ जिहदे कोल पापां दी माफ़ी मिलदी है, जिहदे कोल साडे जीवन दे विच साडी गलतियां पापां गुनाहां दी माफ़ी है। यीशु मसीह सानू माफ़ करदा है। अज बहुत सारे लोग दुनिया दे उत्ते इदां दे है जिहड़े लोकां नूं सिੱਖਿਆ दिंदे आ, लोकां नूं दसदे आ तुसीं काम करो, लोभ मोह हंकार छड्ड दिओ, तुहाडा जीवन जिहड़ा आ वो मुक्ति पा लवेगा, वो बदल जाएगा, तुहाडे घर च शांति आ जाएगी, तुहाडे घर चों कलेश खत्म हो जाएगा, तुहाडे घर च समस्यावां चलियां जाणगीਆਂ। पर बाइबल इस गल नूं जिहड़ी है रौंग दसदी है, क्योंकि परमेश्वर का वचन दसदा है यीशु ने कहा जो पाप करदा वो पाप का गुलाम है, और जिन्हों मैं आज़ाद करा वो आज़ाद होवेगा, जिन्हों मैं आज़ाद ना करा आज़ाद नहीं होवेगा। जो पाप करदा है काम करो, लोभ मोह हंकार की है साडे तो की कराउंदे ने, पाप कराउंदे ने, बुराई कराउंदे ने, गुनाह कराउंदे ने, साडे तो मंदे भंदे जिहड़े गलत काम कराउंदे ने। और अजीज़ और प्यारे लोगों, इन्हों असीं आप किद्दां छड्ड सकदे हां। लोग कहंदे छड्ड दे, तू धर्मी हो जाऊंगा, तेरे पाप माफ़ हो जाणगे, तू चंगा हो जावेगा, तेरा घर दे हालात बदल जाणगे। पर किद्दां छड्ड सकदे असीं इहनूं? कोई बंदा जे इदां अपने आप छड्ड दवे ते फिर उहनूं बंदगी भगती करन दा की फायदा, उहनूं नामदान लैण दा की फायदा, उहनूं तपस्या करन दा की फायदा, उहनूं सन्यासी बनन दा की फायदा, उहनूं जाके बहुत दूर जाके घर घराने तो लोकां तो दूर रह के उहनूं अरदासां बेनतियां करन दा की फायदा। जे वो अपने आप ही सुधर जाए, अपने आप ही इन्हां गल्लां तो आज़ाद हो जाए, तो उन्होंने फिर दूसरिਆਂ ਦੇ ਕੋਲ जा के उन्होंने ਦੀ ਸਿੱਖਿਆ ਲੈ ਕੇ ਉਹਨਾਂ ਦੇ ਅੱਗੇ ਸਿਰ ਝੁਕਾ ਕੇ ਉਹਨਾਂ ਦੇ ਅੱਗੇ ਜਾ ਕੇ ਉਹਨਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਦਾ ਕੀ ਫਾਇਦਾ। ਬਾਈਬਲ ਇਹ ਚੀਜ਼ ਦੱਸਦੀ ਹੈ ਕਿ ਗਲਤ ਸਿੱਖਿਆ ਹੈਗੀ ਹੈ, ਕਿਉਂਕਿ ਬਾਈਬਲ 'ਚ ਲਿਖਿਆ ਕੋਈ ਬੰਦਾ ਆਪਣੇ ਆਪ ਆਜ਼ਾਦ ਨਹੀਂ ਹੋ ਸਕਦਾ। ਇਹਨਾਂ ਕੰਮਾਂ ਤੋਂ, काम करो लोभ मोह हंकार तो, ਇਹਨਾਂ अवगुणा तो, पाप तो कोई बंदा आज़ाद नहीं हो सकता। ਇਹਨੂੰ ਆਜ਼ਾਦ ਕਰਨੇ ਲਈ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਨੇ ਆਖਿਆ ਮੇਰੇ ਕੋਲ ਪਾਪ ਮਾਫ ਕਰਨ ਦਾ ਅਧਿਕਾਰ ਹੈ। ਜਿਹਨੂੰ ਮੈਂ ਆਜ਼ਾਦ ਕਰਾਂ ਉਹ ਆਜ਼ਾਦ ਕੀਤਾ ਜਾਵੇਗਾ, ਜਿਹਦੇ ਪਾਪ ਮੈਂ ਮਾਫ ਕਰਾਂ ਉਹਦੇ ਪਾਪ ਮਾਫ ਹੋ ਜਾਣਗੇ। ਇਸ ਲਈ ਯੀਸ਼ੂ ਸਾਡੇ ਪਾਪਾਂ ਨੂੰ ਖਤਮ ਕਰਨ ਲਈ ਧਰਤੀ ਤੇ ਆਇਆ, ਬਲੀਦਾਨ ਦਿੱਤਾ, ਤੇ ਉਸ ਦੇ ਬਲੀਦਾਨ ਦੇ ਦੁਆਰਾ ਹੁਣ ਸਾਡੇ ਪਾਪਾਂ ਦੀ ਮਾਫੀ ਹੋਈ ਹੈ। ਅਜ਼ੀਜ਼ ਔਰ ਪਿਆਰੇ ਲੋਕੋ, ਇਸ ਲਈ ਸਮਝੋ ਜੇ ਅਸੀਂ ਆਪਣੇ ਆਪ ਪਾਪਾਂ ਤੋਂ ਫ੍ਰੀ ਹੋ ਸਕਦੇ, ਆਪਣੇ ਆਪ ਪਾਪਾਂ ਨੂੰ ਛੱਡ ਕੇ ਇੱਕ ਧਰਮੀ ਜੀਵਨ ਜੀ ਸਕਦੇ ਹਾਂ, ਬੁਰਾਈਆਂ ਨੂੰ ਕੱਢ ਕੇ ਜੀਵਨ ਜੀ ਸਕਦੇ ਹਾਂ, ਤੇ ਅਸੀਂ ਅੱਜ ਦੇ ਧਰਮੀ ਬਣ ਜਾਂਦੇ। ਨਹੀਂ, ਸਾਨੂੰ ਕਿਸੇ ਦੀ ਲੋੜ ਹੈ, ਔਰ ਉਹ ਲੋੜ ਸਾਨੂੰ ਪਰਮੇਸ਼ਵਰ ਦੀ ਹੈ ਕਿ ਪਰਮੇਸ਼ਵਰ ਸਾਡੀ ਮਦਦ ਕਰੇ ਸਾਡੇ ਜੀਵਨ ਤੋਂ ਇਹਨਾਂ ਅਵਗੁਣਾਂ ਨੂੰ ਖਤਮ ਕਰਕੇ ਸਾਨੂੰ ਇੱਕ ਧਰਮੀ ਜੀਵਨ ਦੇਣ ਦੇ ਲਈ। ਯੀਸ਼ੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। और बाइबल ਦੇ ਵਿੱਚ ਲਿਖਿਆ ਹੈ तेरे पाप चाहे किरमची रंग ਦੇ ਗੂੜੇ क्यों ना होण, पर जे तू प्रभु यीशु ते विश्वास कर लवें, यीशु ਦਾ ਲਹੂ तेरे पापां ਨੂੰ बर्फ ਦੇ ਵਾਂਗ चिट्टा कर देवेगा। तेरे पाप ਜਿਹੜੇ ਉਹ खत्म हो जाणगे। और जो ईमान यीशु मसीह ਤੇ ਜਿਹੜਾ इंसान ईमान रखता है, विश्वास करता है, वो अपने पापां ਤੋਂ माफ़ी पा लैंदा है, पछताताप पा लैंदा कर लैंदा। भाव कहण दा मतलब कि ਜਿਹੜੀਆਂ गलतियां, ਜਿਹੜੇ गुनाह, ਜਿਹੜੇ पाप मैं कीते, ਉਹਦੀ सज़ा मैनू मिलनी सी, ਉਹਦਾ ਦੁੱਖ, ਉਹਦਾ ਕਸ਼ਟ ਮੈਂ ਝੱਲਣਾ ਸੀਗਾ, ਪਰ ਯੀਸ਼ੂ ਮਸੀਹ ਨੇ ਕਰੂਸ ਦੇ ਉੱਤੇ ਆਪਣਾ ਜਾਨ ਦੇ ਕੇ, ਆਪਣਾ ਲਹੂ ਬਹਾ ਕੇ ਉਹਨਾਂ ਦੁੱਖਾਂ, ਉਹਨਾਂ ਕਸ਼ਟਾਂ ਨੂੰ ਝੱਲ ਲਿਆ ਤੇ ਕਹਿਤਾ ਬੇਟੇ ਤੇਰਾ ਭੁਗਤਾਨ ਮੈਂ ਕਰ ਦਿੱਤਾ। ਹੁਣ ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇ, ਤੇਰੇ ਪਾਪ ਮਾਫ ਹੋਣਗੇ ਤੇ ਪਰਮੇਸ਼ਵਰ ਦੇ ਕੋਲ, ਧਰਮਰਾਜ ਦੇ ਕੋਲ, ਜਿੱਥੇ ਤੂੰ ਜਾਵਾਂਗਾ ਤੇਰਾ ਨਿਆਂ ਹੋਵੇਗਾ, ਸਜ਼ਾ ਨਹੀਂ ਮਿਲੇਗੀ, ਬਲਕਿ ਪਰਮੇਸ਼ਵਰ ਮੇਰੇ ਬਹਾਏ ਹੋਏ ਲਹੂ ਨੂੰ ਜੋ ਤੇਰੇ ਉੱਤੇ ਲੱਗਾ ਹੋਇਆ ਉਹਨੂੰ ਦੇਖ ਕੇ ਤੈਨੂੰ ਮਾਫ ਕਰੇਗਾ ਔਰ ਤੈਨੂੰ ਸਦੀਪਕ ਜੀਵਨ ਸਵਰਗ ਪ੍ਰਦਾਨ ਕਰੇਗਾ।
ਸੋ ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਨੇ ਕਿਹਾ ਜਦੋਂ ਤੇਰੇ ਪਾਪ ਮਾਫ ਹੋਏ ਤੇ ਲੋਕਾਂ ਨੇ ਸਵਾਲ ਚੱਕੇ ਇਹ ਕੌਣ ਹੁੰਦਾ ਹੈ ਪਾਪ ਮਾਫ ਕਰਨ ਵਾਲਾ। ਪਰ ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਨੇ ਕਿਹਾ ਮੇਰੇ ਕੋਲ ਅਥਾਰਟੀ ਹੈ ਕਿ ਮੈਂ ਪਾਪ ਮਾਫ ਕਰਾਂ। ਔਰ ਯੀਸ਼ੂ ਪਾਪਾਂ ਨੂੰ ਮਾਫ ਕਰਨ ਲਈ ਧਰਤੀ ਤੇ ਆਇਆ। ਜੋ ਕੋਈ ਉੱਤੇ ਈਮਾਨ ਲਿਆਵੇ ਯੀਸ਼ੂ ਉਹਦੇ ਪਾਪਾਂ ਨੂੰ ਮਾਫ ਕਰਦਾ ਹੈ ਔਰ ਯੀਸ਼ੂ ਉਹਦੇ ਪਾਪਾਂ ਨੂੰ ਮਾਫ ਕਰਕੇ ਉਹਨੂੰ ਸਦੀਪਕ ਜੀਵਨ ਸਵਰਗ ਦੇਣ ਦਾ ਵਾਅਦਾ ਕਰਦਾ ਹੈ। ਇਸ ਲਈ ਜਦੋਂ ਮਾਰਿਆ ਗਿਆ, ਗੱਡਿਆ ਗਿਆ, ਤੀਸਰੇ ਦਿਨ ਮੁਰਦਿਆਂ 'ਚੋਂ ਜੀ ਉੱਠਿਆ, 40 ਦਿਨ ਆਪਣੇ ਲੋਕਾਂ ਨਾਲ ਖਾਂਦਾ ਰਿਹਾ, ਦਰਸ਼ਨ ਦਿੰਦਾ ਰਿਹਾ, 40 ਦਿਨਾਂ ਤੋਂ ਬਾਅਦ ਅਸਮਾਨ ਤੇ ਉਠਾਇਆ ਗਿਆ। ਔਰ ਉਠਾਏ ਜਾਣ ਤੋਂ ਬਾਅਦ ਯੀਸ਼ੂ ਮਸੀਹ ਨੇ ਉਹ ਉਠਾਏ ਜਾਣ ਤੋਂ ਪਹਿਲਾਂ ਕਿਹਾ ਜਿੱਥੇ ਮੈਂ ਹੋਵਾਂਗਾ ਤੁਸੀਂ ਮੇਰੇ ਨਾਲ ਹੋਵੋਗੇ। ਮੈਂ ਆਵਾਂਗਾ, ਵਿਸ਼ਵਾਸ ਦੇ ਵਿੱਚ ਜਿਹੜੇ ਮੇਰੇ 'ਤੇ ਵਿਸ਼ਵਾਸ ਕਰਦੇ ਨੇ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਸਵਰਗ ਦੇ ਵਿੱਚ ਜਾਵਾਂਗਾ। ਅਜੀਜ਼ੋ, ਯੀਸ਼ੂ ਸਾਡੇ ਪਾਪ ਮਾਫ ਕਰਦਾ ਹੈ ਔਰ ਸਾਨੂੰ ਸਵਰਗ ਦੇਣ ਦਾ ਵਾਅਦਾ ਕਰਦਾ ਹੈ। ਪਰਮੇਸ਼ਵਰ ਤੁਹਾਨੂੰ ਇਸ ਵਚਨ ਨਾਲ ਆਸ਼ੀਸ਼ ਦੇਵੇ। ਜੇ ਤੁਸੀਂ ਪ੍ਰਭੂ ਦੀ ਬਾਣੀ ਨੂੰ ਸੁਣਿਆ ਹੈ, ਆਪਣੇ ਪਾਪਾਂ ਨੂੰ ਮੰਨ ਲਓ। ਪਾਪ ਮੰਨਣਾ ਕਿਤੇ ਇਹ ਨਹੀਂ ਕਿ ਤੁਹਾਡੇ ਕੋਲ ਬਲੀਦਾਨ ਲੈਣਾ, ਪੈਸੇ ਲੈਣੇ, ਨਹੀਂ। ਸੱਚੇ ਹਿਰਦੇ ਨਾਲ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦਿਓ, ਪ੍ਰਭੂ ਮੈਂ ਪਾਪਣ ਹਾਂ, ਮੈਂ ਪਾਪੀ ਹਾਂ, ਮੇਰੇ ਤੇ ਦਇਆ ਕਰ, ਮੇਰੇ ਪਾਪਾਂ ਨੂੰ ਮਾਫ ਕਰ ਦੇ। ਮੈਂ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਦਾ ਹਾਂ ਕਿ ਤੂੰ ਮੇਰੇ ਪਾਪਾਂ ਨੂੰ ਮਾਫ ਕਰਨ ਲਈ ਔਰ ਮੈਨੂੰ ਸਵਰਗ ਲਿਜਾਣ ਲਈ ਬਲੀਦਾਨ ਦਿੱਤਾ ਹੈ। ਔਰ ਜਦੋਂ ਤੁਸੀਂ ਇਹ ਗੱਲ ਬੋਲੋਗੇ ਉਸੇ क्षण ਉਸੇ ਵੇਲੇ ਤੁਹਾਡੇ ਪਾਪ ਮਾਫ ਹੋਣਗੇ ਔਰ ਤੁਹਾਨੂੰ ਸਵਰਗ ਦਾ ਜਿਹੜਾ ਆ ਉਹ ਰਾਜ ਮਿਲੇਗਾ ਔਰ ਪਰਮੇਸ਼ਵਰ ਤੁਹਾਡੀ ਜੀਵਨ 'ਚ ਕਿਰਪਾ ਕਰੇਗਾ। ਪ੍ਰਭੂ ਤੁਹਾਨੂੰ ਇਸ ਵਚਨ ਨਾਲ ਆਸ਼ੀਸ਼ ਦੇਵੇ ਔਰ ਇਹ ਵਚਨ ਤੁਹਾਡੀ ਜ਼ਿੰਦਗੀ 'ਚ ਬਰਕਤ ਲੈ ਕੇ ਆਵੇ। ਅਸੀਂ ਫਿਰ ਮਿਲਾਂਗੇ ਅਗਲੇ